ਲਓ ਸੁਣੋ। ਰੰਗ ਪਿਆਰ ਦੇ ਕਿਤਾਬ ਵਿੱਚੋਂ ਅਗਲੀ ਕਹਾਣੀ, ਉਸ ਦਾ ਪਿਆਰ। ਇਹ ਕਹਾਣੀ ਮੈਕਸਿਮ ਗੋਰਕੀ ਦੀ ਲਿਖੀ ਹੋਈ ਹੈ ਤੇ ਇਸ ਦਾ ਅਨੁਵਾਦ ਕੀਤਾ ਹੈ ਰਿਸ਼ੀ ਹਿਰਦੇਪਾਲ ਨੇ। ਇਹ ਕਹਾਣੀ ਮੇਰੀ ਪਛਾਣ ਵਾਲੇ ਨੇ ਮੈਨੂੰ ਸੁਣਾਈ ਸੀ। ਜਦੋਂ ਮੈਂ ਮਾਸਕੋ 'ਚ ਰਿਹਾ ਕਰਦਾ ਸਾਂ ਤਾਂ ਮੇਰੇ ਨਜ਼ਦੀਕ ਹੀ ਕੁਝ ਰਹੱਸਮਈ ਔਰਤਾਂ ਰਹਿੰਦੀਆਂ ਸੀ, ਜਿਨ੍ਹਾਂ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਸੀ। ਉਹ ਪੋਲੈਂਡ ਦੀ ਸੀ ਤੇ ਉਸ ਦਾ ਨਾਂ ਟੈਰੇਸਾ ਸੀ। ਉਹ ਵੱਡੇ ਕਦਮੀ, ਮਜ਼ਬੂਤ ਕੱਦ-ਕਾਠ, ਭੂਰੇ ਵਾਲ ਤੇ ਸੰਘਣੇ ਭਰਵੱਟਿਆਂ ਦੀ ਮਾਲਕਣ ਸੀ। ਉਹਦਾ ਚੌੜਾ ਮੂੰਹ ਏਦਾਂ ਲੱਗਦਾ ਸੀ ਜਿੱਦਾਂ ਕੁਹਾੜੀ ਨੂੰ ਤਰਾਸ਼ਿਆ ਹੋਵੇ। ਉਹਦੀਆਂ ਅੱਖਾਂ ਦੀ ਕਾਮੁਕ ਚਮਕ, ਮੋਟੀ ਆਵਾਜ਼, ਮੜਕਾਂ ਭਰੀ ਚਾਲ ਤੇ ਮਰਦਾਵੀ ਫੁਰਤੀ ਉਹਨੂੰ ਮਛੇਰਨ ਜਿਹੀ ਤਾਬ ਪ੍ਰਦਾਨ ਕਰਦੀ ਸੀ। ਪਰ ਇਹ ਸਭ ਨਾਲ ਮੇਰੇ ਅੰਦਰ ਇੱਕ ਖੌਫ ਜਿਹਾ ਪੈਦਾ ਹੋ ਜਾਂਦਾ। ਮੈਂ ਆਪਣੀ ਮੰਜ਼ਿਲ ਤੇ ਰਹਿੰਦਾ ਸੀ ਤੇ ਉਹਦਾ ਦੋ ਛੱਤਾ ਘਰ ਮੇਰੇ ਠੀਕ ਸਾਹਮਣੇ ਪੈਂਦਾ ਸੀ। ਜਦੋਂ ਘਰ ਰਹਿੰਦੀ ਤਾਂ ਮੈਂ ਕਦੇ ਵੀ ਦਰਵਾਜ਼ਾ ਖੁੱਲ੍ਹਾ ਛੱਡਣ ਦੀ ਹਿੰਮਤ ਨਾ ਕਰਦਾ, ਪਰ ਇੱਦਾਂ ਬਹੁਤ ਘੱਟ ਹੀ ਹੁੰਦਾ। ਕਦੇ ਕਦਾਈ ਟੈਰੇਸਾ ਨਾਲ ਪੌੜੀਆਂ 'ਚ ਮੁਲਾਕਾਤ ਵੀ ਹੋ ਜਾਂਦੀ ਸੀ। ਉਹ ਮੇਰੇ ਵੱਲ ਇੱਕ ਰਹੱਸਮਈ ਮੁਸਕਰਾਹਟ ਨਾਲ ਵੇਖਦੀ। ਅਕਸਰ ਮੈਂ ਉਸਨੂੰ ਨਸ਼ੇ 'ਚ ਡੁੱਬਿਆ ਵੇਖਦਾ। ਉਹਦੀਆਂ ਅੱਖਾਂ ਅੱਧ ਖੁੱਲ੍ਹੀਆਂ, ਵਾਲ ਖਿੰਡੇ ਹੋਏ ਹੁੰਦੇ ਤੇ ਉਹ ਬਹੁਤ ਕਰੂਪ ਨਜ਼ਰ ਆਉਂਦੀ। ਇੱਦਾਂ ਦੇ ਮੌਕੇ ਉਹ ਮੈਨੂੰ ਕਹਿੰਦੀ, ਤੂੰ ਕਿਵੇਂ ਐ ਸ਼੍ਰੀਮਾਨ ਵਿਦਿਆਰਥੀ। ਉਹਦਾ ਬੇਵਕੂਫਾਨਾ ਹਾਸਾ ਮੇਰੀ ਉਹਦੇ ਪ੍ਰਤੀ ਘ੍ਰਿਣਾ ਨੂੰ ਹਵਾ ਕਰ ਦਿੰਦਾ। ਅਜਿਹੀਆਂ ਮੁਲਾਕਾਤਾਂ ਤੋਂ ਬਚਣ ਲਈ ਮੈਂ ਕਮਰਾ ਬਦਲਣਾ ਪਸੰਦ ਕਰਦਾ, ਪਰ ਮੇਰਾ ਨਿੱਕਾ ਜਿਹਾ ਕਮਰਾ ਮੈਨੂੰ ਬਹੁਤ ਪਸੰਦ ਸੀ। ਬਾਗ ਤੋਂ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਜਾਂਦਾ। ਬਾਰੀ ਦੇ ਹੇਠਾਂ ਵਾਲੀ ਗਲੀ ਵਿੱਚ ਵੀ ਅਕਸਰ ਖਾਮੋਸ਼ੀ ਰਹਿੰਦੀ, ਜੋ ਮੈਨੂੰ ਬਹੁਤ ਪਸੰਦ ਸੀ। ਇੱਕ ਸਵੇਰ ਮੈਂ ਬਿਸਤਰੇ ਤੇ ਪਿਆ ਸਾਂ ਤੇ ਕਲਾਸ ਵਿੱਚ ਨਾ ਜਾਣ ਦਾ ਬਹਾਨਾ ਤਲਾਸ਼ਦਾ ਸੀ। ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਟੈਰੇਸਾ ਦੀ ਕਠੋਰ ਆਵਾਜ਼ ਸੁਣੀ, ਪਰਮਾਤਮਾ ਤੈਨੂੰ ਤੰਦਰੁਸਤੀ ਰੱਖੇ ਸ਼੍ਰੀਮਾਨ ਵਿਦਿਆਰਥੀ। ਮੈਂ ਉਹਦੇ ਚਿਹਰੇ ਤੇ ਬੇਨਤੀ ਤੇ ਘਬਰਾਹਟ ਦੇ ਮਿਲੇ ਜੁਲੇ ਭਾਵ ਵੇਖੇ। ਉਹਦੇ ਚਿਹਰੇ ਤੇ ਅਜਿਹੇ ਭਾਵ ਪੂਰੀ ਤਰ੍ਹਾਂ ਅਜਨਬੀ ਸਨ। ਸਰ, ਮੈਂ ਤੁਹਾਡੀ ਕਿਰਪਾ ਦ੍ਰਿਸ਼ਟੀ ਚਾਹੁੰਦੀ ਹਾਂ। ਕੀ ਤੁਸੀਂ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਸਕਦੇ ਹੋ? ਮੈਂ ਉੱਥੇ ਹੀ ਲੰਮਾ ਪਿਆ ਸੋਚ ਰਿਹਾ ਸਾਂ। ਹੇ ਰੱਬਾ, ਹਿੰਮਤ ਬਖਸ਼। ਉਹ ਸੰਕੋਚ ਤੇ ਬੇਨਤੀ ਭਰੇ ਸੁਰ 'ਚ ਬੋਲੀ, ਗੱਲ ਸਿਰਫ ਇੰਨੀ ਕੁ ਹੀ ਹੈ ਕਿ ਮੈਂ ਘਰੇ ਖੱਤ ਭੇਜਣਾ ਚਾਹੁੰਦੀ ਹਾਂ। ਮੈਂ ਸੋਚਿਆ, ਹੇ ਰੱਬਾ, ਇਹਨੂੰ ਚੁੱਕ ਲੈ। ਪਰ ਫਿਰ ਮੈਂ ਉੱਠਿਆ ਤੇ ਆਪਣੇ ਮੇਜ਼ ਤੇ ਜਾ ਕੇ ਬਹਿ ਗਿਆ। ਕਾਗਜ਼ ਚੁੱਕਦਿਆਂ ਮੈਂ ਕਿਹਾ, ਇੱਥੇ ਆਓ, ਬੈਠੋ ਤੇ ਬੋਲੋ। ਉਹ ਅੱਗੇ ਵਧੀ ਤੇ ਡਰਦਾ ਡਰਦਾ ਕੁਰਸੀ ਤੇ ਬਹਿ ਗਈ। ਉਹ ਡਰੀ ਜਿਹੀ ਮੇਰੇ ਵੱਲ ਵੇਖ ਰਹੀ ਸੀ। ਅੱਛਾ, ਤਾਂ ਤੂੰ ਇਹ ਖੱਤ ਕਿਸ ਨੂੰ ਲਿਖਣਾ ਚਾਹੁੰਦੀ ਹੈ? ਵਰਸਾ ਰੋਡ ਤੇ ਸਥਿਤ ਵਿਜਪਤ ਜਿਆਨਾ ਕਸਬੇ ਦੇ ਬੋਲਸੋ ਬਸਪੂਤ ਨੂੰ। ਚਲੋ ਲਿਖੋ। ਮੇਰੇ ਪਿਆਰੇ ਬੋਲਸ, ਡਾਰਲਿੰਗ, ਮੇਰੇ ਵਫਾਦਾਰ ਪ੍ਰੇਮੀ, ਪਰਮਾਤਮਾ ਤੇਰੀ ਖੈਰ ਕਰੇ। ਆਖਿਰ ਕਿਉਂ ਤੂੰ ਇੰਨੇ ਲੰਬੇ ਵਕਫੇ ਤੋਂ ਆਪਣੀ ਇਸ ਨਿੱਕੀ ਜਿਹੀ ਕਬੂਤਰੀ ਨੂੰ ਯਾਦ ਨਹੀਂ ਕੀਤਾ, ਨਾ ਹੀ ਕੋਈ ਖੱਤ ਭੇਜਿਆ? ਆਖਿਰ ਕਿਉਂ? ਇੱਕ ਨਿੱਕੀ ਜਿਹੀ ਕਬੂਤਰੀ ਸੁਣ ਕੇ ਮੈਂ ਤਕਰੀਬਨ ਹੱਸ ਹੀ ਪਿਆ। ਮੈਂ ਸਮਝ ਹੀ ਨਾ ਸਕਿਆ ਕਿ ਉਹ ਨਿੱਕੀ ਕਬੂਤਰੀ ਹੈ ਜਿਸ ਦਾ ਕੱਦ 5 ਫੁੱਟ, ਭਾਰ ਬਹੁਤ ਜ਼ਿਆਦਾ ਤੇ ਚਿਹਰਾ ਕਾਲਾ ਏ, ਜਮਾਂ ਉਸ ਕਬੂਤਰ ਵਾਂਗ ਜੋ ਚਿਮਣੀ 'ਚ ਵੜ ਕੇ ਨਿਕਲਿਆ ਹੋਵੇ ਤੇ ਫਿਰ ਕਦੇ ਨਹਾਤਾ ਹੀ ਨਾ ਹੋਵੇ। ਮੈਂ ਪੁੱਛ ਲਿਆ, ਇਹ ਬੋਲਸ ਕੌਣ ਏ? ਉਹ ਇੱਕਦਮ ਛਟਪਟਾ ਉੱਠੀ ਤੇ ਏਦਾਂ ਆਪਣਾ ਬਚਾਓ ਕਰਨ ਲੱਗੀ ਜਿੱਦਾਂ ਬਹੁਤ ਵੱਡੀ ਸਮੱਸਿਆ ਪੈਦਾ ਹੋਣ ਵਾਲੀ ਹੋਵੇ। ਸ਼੍ਰੀਮਾਨ ਵਿਦਿਆਰਥੀ, ਬੁਲੇਸਟ ਬੋਲਸ ਹੈ ਮੇਰਾ ਖੂਬਸੂਰਤ ਨੌਜਵਾਨ। ਨੌਜਵਾਨ? ਤੁਸੀਂ ਇੰਨੇ ਹੈਰਾਨ ਕਿਉਂ ਹੋ ਸਰ? ਮੈਂ ਵੀ ਕੁੜੀ ਹਾਂ। ਕੀ ਮੇਰਾ ਕੋਈ ਪ੍ਰੇਮੀ ਨਹੀਂ ਹੋ ਸਕਦਾ? ਓਹ, ਇੱਕ ਕੁੜੀ, ਚੰਗੀ ਗੱਲ ਹੈ। ਮੈਂ ਕਿਹਾ, ਕਿਉਂ ਨਹੀਂ, ਸਭ ਕੁਝ ਸੰਭਵ ਹੈ। ਇਹ ਤੁਹਾਡਾ ਨੌਜਵਾਨ ਕਿੰਨਾ ਕੁ ਵੱਡਾ ਏ? 6 ਸਾਲ। ਮੈਂ ਸੋਚਿਆ, ਓਹੋ, ਚਲੋ ਤੁਹਾਡਾ ਖੱਤ ਲਿਖਦੇ ਹਾਂ। ਟੈਰਸਾ ਨੇ ਮੈਨੂੰ ਕਿਹਾ, ਸਰ, ਜੋ ਤੁਸੀਂ ਮੇਰੇ ਲਈ ਕੀਤਾ ਏ ਉਹਦੇ ਲਈ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਕੀ ਇਸ ਦੇ ਬਦਲੇ ਮੈਂ ਤੁਹਾਡੇ ਕਿਸੇ ਕੰਮ ਆ ਸਕਦੀ ਹਾਂ? ਨਹੀਂ, ਧੰਨਵਾਦ।
ਸਰ, ਤੁਹਾਡੀ ਪੈਂਟ ਜਾਂ ਸ਼ਰਟ ਤਾਂ ਨਹੀਂ ਠੀਕ ਕਰਨ ਵਾਲੀ? ਮੈਨੂੰ ਲੱਗਿਆ ਉਹਦੇ ਪੇਟੀਕੋਟ ਦੇ ਧੱਬੇ ਤੇ ਸੁਰਾਖ ਮੈਨੂੰ ਸ਼ਰਮ ਨਾਲ ਲਾਲ ਕਰ ਰਹੇ ਨੇ। ਮੈਂ ਉਹਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਸੇਵਾ ਨਹੀਂ ਚਾਹੀਦੀ, ਤੇ ਫਿਰ ਉਹ ਚਲੀ ਗਈ। ਇਸ ਗੱਲ ਨੂੰ 1-2 ਹਫ਼ਤੇ ਬੀਤ ਗਏ। ਸ਼ਾਮ ਦਾ ਵੇਲਾ ਸੀ, ਜਦ ਮੈਂ ਬਾਰੀ ਦੇ ਕੋਲ ਬੈਠਾ ਸੀਟੀ ਵਜਾ ਰਿਹਾ ਸੀ ਤੇ ਕੋਈ ਅਜਿਹਾ ਸਾਰਥਕ ਕਾਰਜ ਕਰਨ ਬਾਰੇ ਸੋਚ ਰਿਹਾ ਸਾਂ ਜਿਸ ਨਾਲ ਇਸ ਇਕਾਂਤ ਨੂੰ ਦੂਰ ਕਰ ਸਕਾਂ। ਬਾਹਰ ਜਾਣ ਦੀ ਮੇਰੀ ਕੋਈ ਇੱਛਾ ਨਹੀਂ ਸੀ। ਆਖਿਰ ਮੈਂ ਸਵੈ ਮੰਥਨ ਕਰਨਾ ਸ਼ੁਰੂ ਕੀਤਾ। ਇਹ ਬਹੁਤ ਹੀ ਅਕਾਊ ਕਾਰਜ ਏ, ਪਰ ਮੈਂ ਕੁਝ ਹੋਰ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਕੋਈ ਅੰਦਰ ਆਇਆ। ਸ਼੍ਰੀਮਾਨ ਵਿਦਿਆਰਥੀ, ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਕੋਲ ਕੋਈ ਬਹੁਤ ਜ਼ਰੂਰੀ ਕਾਰਜ ਨਹੀਂ ਹੋਵੇਗਾ। ਇਹ ਟੈਰਸਾ ਸੀ। ਸਰ, ਕੀ ਤੁਸੀਂ ਮੇਰੇ ਲਈ ਇੱਕ ਹੋਰ ਖੱਤ ਲਿਖ ਸਕਦੇ ਹੋ? ਹਾਂ, ਕਿਉਂ ਨਹੀਂ? ਬੋਲਸ ਨੂੰ ਹੀ ਲਿਖਣਾ ਹੋਊ। ਨਹੀਂ, ਇਸ ਵਾਰ ਉਹਦੇ ਵੱਲੋਂ। ਕੀ? ਮੈਂ ਵੀ ਕਿੰਨੀ ਪਾਗਲ ਹਾਂ। ਸ਼੍ਰੀਮਾਨ ਵਿਦਿਆਰਥੀ, ਮੈਂ ਤੁਹਾਡੇ ਤੋਂ ਮਾਫ਼ੀ ਚਾਹਾਂਗੀ। ਇਹ ਮੇਰੇ ਲਈ ਨਹੀਂ ਹੈ, ਇਹ ਮੇਰੇ ਇੱਕ ਦੋਸਤ ਦੇ ਵਾਸਤੇ ਹੈ, ਜਿਸ ਦੇ ਕੋਲ ਵੀ ਮੇਰੇ ਵਰਗੀ ਹੀ ਟੈਰੇਸਾ ਹੈ। ਕੀ ਤੁਸੀਂ ਟੈਰੇਸਾ ਨੂੰ ਇੱਕ ਖੱਤ ਲਿਖੋਗੇ? ਤਾਂ ਤੂੰ ਇਹ ਖੱਤ ਟੈਰੇਸਾ ਨੂੰ ਲਿਖਵਾਉਣਾ ਚਾਹੁੰਦੀ ਏ? ਮੈਂ ਉਹਦੇ ਵੱਲ ਵੇਖਿਆ। ਉਹਦੇ ਚਿਹਰੇ ਤੇ ਘਬਰਾਹਟ ਸੀ ਤੇ ਉਹਦੀਆਂ ਉਂਗਲਾਂ ਕੰਬ ਰਹੀਆਂ ਸਨ। ਇਹ ਵੇਖ ਪਹਿਲਾਂ ਮੈਂ ਉਲਝ ਗਿਆ ਤੇ ਫਿਰ ਸਾਰਾ ਕੁਝ ਸਮਝ ਆ ਗਿਆ। ਮੈਂ ਕਿਹਾ, ਵੇਖ ਟੈਰੇਸਾ, ਨਾ ਤਾਂ ਕੋਈ ਬੋਲਸ ਹੈ ਤੇ ਨਾ ਹੀ ਟੈਰੇਸਾ। ਤੂੰ ਮੈਨੂੰ ਲਗਾਤਾਰ ਝੂਠ ਬੋਲਦੀ ਰਹੀ ਏ। ਤੂੰ ਮੈਨੂੰ ਬੇਵਕੂਫ ਨਹੀਂ ਬਣਾ ਸਕਦੀ। ਹੁਣ ਤੇਰੇ ਜਾਣ ਪਛਾਣ ਵਾਲਿਆਂ ਨੂੰ ਲਿਖਣ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ। ਸਮਝ ਗਈ ਤੂੰ? ਟੈਰੇਸਾ ਇੱਕਦਮ ਡੌਰ ਭੌਰ ਹੋ ਗਈ। ਉਹ ਆਪਣੀ ਥਾਂ ਤੇ ਖੜੀ ਕੰਬ ਰਹੀ ਸੀ ਤੇ ਮੈਂ ਉਹਦੇ ਹਾਵ ਭਾਵ ਦੇਖ ਰਿਹਾ ਸਾਂ, ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਬੋਲ ਨਹੀਂ ਪਾ ਰਹੀ। ਮੈਂ ਉਹਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਸਾਂ। ਮੈਂ ਮਹਿਸੂਸ ਕੀਤਾ ਕਿ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਏ। ਇਹ ਸਾਰਾ ਕੁਝ ਲੀਕ ਤੋਂ ਹਟ ਕੇ ਸੀ। ਉਹ ਬੋਲੀ, ਸ਼੍ਰੀਮਾਨ ਵਿਦਿਆਰਥੀ, ਤੇ ਚੁੱਪਚਾਪ ਕਮਰੇ ਤੋਂ ਨਿਕਲ ਆਪਣੇ ਕਮਰੇ 'ਚ ਚਲੀ ਗਈ। ਮੈਂ ਇੱਕ ਅਸਹਿਣਯੋਗ ਦਰਦ ਨਾਲ ਉੱਥੇ ਹੀ ਬੁੱਤ ਬਣਿਆ ਖੜਾ ਰਹਿ ਗਿਆ। ਮੈਂ ਸੁਣਿਆ ਉਹਨੇ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ। ਉਹ ਵਿਚਾਰੀ ਔਰਤ ਗੁੱਸੇ 'ਚ ਸੀ। ਮੈਂ ਉਸ ਤੋਂ ਉੱਭਰਿਆ ਤੇ ਉਹਦੇ ਕੋਲ ਜਾ ਕੇ ਉਹਨੂੰ ਇੱਥੇ ਆਉਣ ਲਈ ਸੱਦਾ ਦੇਣ ਬਾਰੇ ਸੋਚਣ ਲੱਗਿਆ, ਜਿਸ ਨਾਲ ਉਹ ਸਭ ਲਿਖ ਸਕਾਂ ਜੋ ਉਹ ਚਾਹੁੰਦੀ ਏ। ਮੈਂ ਉਹਦੇ ਕਮਰੇ 'ਚ ਜਾ ਕੇ ਚਾਰੇ ਪਾਸੇ ਵੇਖਿਆ। ਉਹ ਆਪਣਾ ਸਿਰ ਸੁੱਟੀ ਮੇਜ਼ ਤੇ ਬੈਠੀ ਸੀ। ਮੈਂ ਕਿਹਾ, ਮੇਰੀ ਗੱਲ ਸੁਣ। ਮੈਂ ਜਦ ਵੀ ਆਪਣੀ ਕਹਾਣੀ ਦੇ ਇਸ ਮੋੜ ਤੇ ਆਉਂਦਾ ਹਾਂ ਤਾਂ ਮੈਨੂੰ ਬੜਾ ਹੀ ਅਜੀਬ ਤੇ ਬੇਹੂਦਾ ਜਿਹਾ ਮਹਿਸੂਸ ਹੁੰਦਾ ਏ। ਮੈਂ ਕਿਹਾ, ਮੇਰੀ ਗੱਲ ਸੁਣ। ਉਹ ਆਪਣੀ ਜਗ੍ਹਾ ਤੋਂ ਉੱਠੀ ਤੇ ਨਮ ਅੱਖਾਂ ਨਾਲ ਮੇਰੇ ਕੋਲ ਆਈ। ਉਹਨੇ ਆਪਣੇ ਦੋਵੇਂ ਹੱਥ ਮੇਰੇ ਮੋਢੇ ਤੇ ਰੱਖੇ ਤੇ ਉੱਚੀ ਆਵਾਜ਼ 'ਚ ਰੋਣ ਲੱਗ ਪਈ। ਹੁਣ ਤੂੰ ਸੁਣ, ਨਾ ਤਾਂ ਕੋਈ ਬੋਲਸ ਹੈ ਤੇ ਨਾ ਹੀ ਟੈਰੇਸਾ, ਪਰ ਇਸ ਨਾਲ ਤੇਰਾ ਕੀ ਲੈਣ ਦੇਣ? ਤੇਰੇ ਲਈ ਤਾਂ ਕਾਗਜ਼ ਤੇ 2 ਅੱਖਰ ਲਿਖਣਾ ਹੀ ਔਖਾ ਸੀ। ਹਾਏ, ਤੂੰ ਵੀ, ਤੇਰੇ ਜਿਹਾ ਖੂਬਸੂਰਤ ਤੇ ਸਿੱਧਾ ਸਾਦਾ ਨੌਜਵਾਨ ਵੀ ਇਦਾਂ ਦਾ ਨਿਕਲੇਗਾ। ਨਾ ਤਾਂ ਕੋਈ ਟੈਰੇਸਾ ਏ ਤੇ ਨਾ ਬੋਲਸ। ਇਹ ਸਿਰਫ ਮੈਂ ਹੀ ਸੀ। ਅਜਿਹਾ ਵਿਹਾਰ ਦੇਖ ਤੇ ਸ਼ਬਦ ਸੁਣ, ਮੈਂ ਸੁੰਨ ਹੋ ਗਿਆ। ਮੈਨੂੰ ਮਾਫ਼ ਕਰੀ। ਇਹ ਸਭ ਕੀ ਏ? ਤੂੰ ਆਖਦੀ ਏ ਬੋਲਸ ਨਹੀਂ ਏ? ਨਹੀਂ, ਇੱਦਾਂ ਹੀ ਹੈ। ਕੋਈ ਟੈਰਸਾ ਵੀ ਨਹੀਂ ਹੈ? ਕੋਈ ਟੈਰਸਾ ਨਹੀਂ ਹੈ। ਮੈਂ ਹੀ ਟੈਰਸਾ ਹਾਂ। ਮੈਂ ਕੁਝ ਵੀ ਸਮਝ ਨਾ ਪਾਇਆ। ਮੇਰੀਆਂ ਅੱਖਾਂ ਉਸੇ ਤੇ ਟਿਕੀਆਂ ਸੀ। ਮੈਂ ਸੋਚ ਰਿਹਾ ਸੀ, ਜਾਂ ਤਾਂ ਉਹ ਮਾਨਸਿਕ ਸੰਤੁਲਨ ਗਵਾ ਬੈਠੀ ਏ ਜਾਂ ਫਿਰ ਮੈਂ। ਉਹ ਦੁਬਾਰਾ ਮੇਜ਼ ਵੱਲ ਗਈ ਤੇ ਕੁਝ ਭਾਲਣ ਲੱਗ ਪਈ। ਕੁਝ ਲੈ ਕੇ ਉਹ ਮੇਰੇ ਵੱਲ ਆਈ ਤੇ ਗੁੱਸੇ ਨਾਲ ਬੋਲੀ, ਜੇ ਤੇਰੇ ਲਈ ਬੋਲਸ ਨੂੰ ਖੱਤ ਲਿਖਣਾ ਔਖਾ ਏ ਤਾਂ ਇਹ ਰਿਹਾ ਤੇਰਾ ਖੱਤ। ਇਹਨੂੰ ਲੈ ਜਾ, ਕੋਈ ਹੋਰ ਮੇਰੇ ਲਈ ਖੱਤ ਲਿਖ ਦੇਵੇਗਾ। ਮੈਂ ਵੇਖਿਆ ਉਹਦੇ ਹੱਥ 'ਚ ਮੇਰੇ ਦੁਆਰਾ ਬੋਲਸ ਨੂੰ ਲਿਖਿਆ ਗਿਆ ਖੱਤ ਸੀ। ਸੁਣੋ ਟੈਰੇਸਾ, ਇਸ ਸਭ ਕਾਸੇ ਦਾ ਕੀ ਮਤਲਬ ਹੈ? ਜਦੋਂ ਮੈਂ ਤੇਰੇ ਲਈ ਖੱਤ ਲਿਖ ਚੁੱਕਿਆ ਹਾਂ ਤਾਂ ਫਿਰ ਕਿਸੇ ਹੋਰ ਤੋਂ ਕਿਉਂ ਲਿਖਵਾਇਆ? ਲਿਖਵਾਇਆ ਤਾਂ ਇਹਨੂੰ ਭੇਜਿਆ ਕਿਉਂ ਨਹੀਂ? ਕਿੱਥੇ ਭੇਜਾਂ?
ਬੋਲਸ ਨੂੰ ਕਿਉਂ ਨਹੀਂ? ਬੋਲਸ ਨਾਂ ਦਾ ਕੋਈ ਬੰਦਾ ਹੈ ਹੀ ਨਹੀਂ। ਸੱਚੀ ਮੈਂ ਕੁਝ ਨਹੀਂ ਸਮਝ ਪਾਇਆ। ਮੈਂ ਸੁੰਨ ਜਿਹਾ ਉੱਥੇ ਹੀ ਖੜਾ ਰਿਹਾ। ਮੇਰੇ ਕੋਲ ਉੱਥੋਂ ਚਲੇ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ। ਉਹ ਮੈਨੂੰ ਦੱਸਣ ਲੱਗੀ। ਉਹ ਬੜੇ ਗੁੱਸੇ 'ਚ ਬੋਲੀ, ਇਹ ਕੀ ਹੈ? ਮੈਂ ਤੈਨੂੰ ਦੱਸਦੀ ਹਾਂ, ਇੱਦਾਂ ਦਾ ਕੋਈ ਬੰਦਾ ਨਹੀਂ ਹੈ। ਉਹਨੇ ਆਪਣੀਆਂ ਸਹੇਲੀਆਂ ਇੱਦਾਂ ਫੈਲਾਈਆਂ ਜਿੱਦਾਂ ਉਹ ਖੁਦ ਹੀ ਨਾ ਸਮਝ ਪਾਈ ਕਿ ਬੋਲਸ ਕਿਉਂ ਨਹੀਂ ਹੈ। ਪਰ ਮੈਂ ਚਾਹੁੰਦੀ ਹਾਂ, ਉਹਨੂੰ ਹੋਣਾ ਚਾਹੀਦਾ ਸੀ। ਮੈਂ ਹੋਰਾਂ ਲੋਕਾਂ ਵਾਂਗੂ ਨਹੀਂ ਹਾਂ। ਹਾਂ, ਮੈਂ ਜਾਣਦੀ ਹਾਂ। ਬੇਸ਼ੱਕ ਹੁਣ ਤੱਕ ਮੇਰੇ ਉਹਨੂੰ ਇੱਦਾਂ ਖੱਤ ਲਿਖਣ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਮੈਨੂੰ ਮਾਫ਼ ਕਰ ਦੇ। ਪਰ ਕਿਸ ਦੇ ਲਈ? ਬੇਸ਼ੱਕ ਬੋਲਸ ਦੇ ਲਈ। ਪਰ ਉਹਦੀ ਤਾਂ ਕੋਈ ਹੋਂਦ ਨਹੀਂ ਹੈ। ਬਸ, ਬਹੁਤ ਹੋ ਗਿਆ। ਉਹ ਨਹੀਂ ਹੈ। ਉਹਦੀ ਕੋਈ ਹੋਂਦ ਨਹੀਂ ਹੈ। ਪਰ ਹੋ ਸਕਦਾ ਹੈ। ਮੈਂ ਉਹਨੂੰ ਖੱਤ ਲਿਖਾਂਗੀ। ਇਸ ਤੋਂ ਇੱਦਾਂ ਲੱਗਦਾ ਜਿੱਦਾਂ ਉਹਦੀ ਹੋਂਦ ਹੋਵੇ। ਤੇ ਟੈਰਸਾ ਵੀ ਮੈਂ ਹੀ ਹਾਂ। ਉਹ ਮੈਨੂੰ ਜਵਾਬ ਦਿੰਦਾ ਏ ਤੇ ਫਿਰ ਮੈਂ ਉਹਨੂੰ ਜਵਾਬ ਦਿੰਦੀ ਹਾਂ। ਆਖਿਰਕਾਰ ਮੈਂ ਸਮਝ ਹੀ ਗਿਆ। ਮੈਂ ਬਹੁਤ ਹੀ ਦੁਖੀ ਪਰੇਸ਼ਾਨ ਜਿਹਾ ਤੇ ਸ਼ਰਮਸਾਰ ਮਹਿਸੂਸ ਕਰ ਰਿਹਾ ਸਾਂ। ਮੇਰੇ ਤੋਂ ਸਿਰਫ 3 ਗਜ਼ ਦੀ ਦੂਰੀ ਤੇ ਇੱਕ ਅਜਿਹਾ ਇਨਸਾਨ ਰਹਿ ਰਿਹਾ ਸੀ ਜਿਸ ਦੇ ਕੋਲ ਦੁਨੀਆ 'ਚ ਕੋਈ ਅਜਿਹਾ ਵਿਅਕਤੀ ਨਹੀਂ ਸੀ ਜਿਹੜਾ ਉਹਦੇ ਨਾਲ ਦਇਆ ਤੇ ਪਿਆਰ ਨਾਲ ਪੇਸ਼ ਆਵੇ। ਉਹਨੇ ਆਪਣੇ ਲਈ ਖੁਦ ਹੀ ਇੱਕ ਅਜਿਹੇ ਦੋਸਤ ਦੀ ਕਲਪਨਾ ਕਰ ਲਈ ਸੀ। ਹੁਣ ਸੁਣ, ਤੂੰ ਮੇਰੇ ਲਈ ਬੋਲਸ ਨੂੰ ਇੱਕ ਖੱਤ ਲਿਖਿਆ ਤੇ ਮੈਂ ਉਹਨੂੰ ਕਿਸੇ ਹੋਰ ਤੋਂ ਪੜਵਾਇਆ। ਤੇ ਜਦ ਉਹ ਮੇਰੇ ਲਈ ਪੜ੍ਹਦਾ ਤਾਂ ਮੈਂ ਕਲਪਨਾ ਕਰਦੀ ਕਿ ਬੋਲਸ ਮੇਰੇ ਨੇੜੇ ਹੀ ਏ। ਜਦ ਮੈਂ ਤੈਨੂੰ ਬੋਲਸ ਬਨ ਟੈਰਸਾ ਨੂੰ ਖੱਤ ਲਿਖਣ ਲਈ ਕਿਹਾ ਤਾਂ ਉਹ ਮੇਰੇ ਲਈ ਹੀ ਸੀ। ਜਦੋਂ ਮੇਰੇ ਲਈ ਇਸ ਤਰ੍ਹਾਂ ਖੱਤ ਲਿਖਦੇ ਤੇ ਪੜ੍ਹਦੇ ਤਾਂ ਮੈਨੂੰ ਬੋਲਸ ਆਪਣੇ ਨੇੜੇ ਹੀ ਮਹਿਸੂਸ ਹੁੰਦਾ। ਇਸ ਤਰ੍ਹਾਂ ਮੇਰੇ ਲਈ ਜਿਉਣਾ ਆਸਾਨ ਹੋ ਜਾਂਦਾ। ਮੈਂ ਇਹ ਸੁਣ ਖੁਦ ਨੂੰ ਕਿਹਾ, ਰੱਬ ਤੇਰੀ ਮੂਰਖਤਾ ਲਈ ਤੈਨੂੰ ਚੱਕ ਲਵੇ। ਇਸ ਤੋਂ ਬਾਅਦ ਮੈਂ ਨਿਯਮਬੱਧ ਹਰੇਕ ਹਫ਼ਤੇ 2 ਵਾਰ ਬੋਲਸ ਨੂੰ ਖੱਤ ਲਿਖਦਾ ਤੇ ਬੋਲਸ ਬਣ ਟੈਰਸਾ ਨੂੰ ਜਵਾਬ ਦਿੰਦਾ। ਮੈਂ ਬਹੁਤ ਹੀ ਦਿਲਕਸ਼ ਅੰਦਾਜ਼ 'ਚ ਖੱਤ ਦਾ ਜਵਾਬ ਦਿੰਦਾ। ਜ਼ਾਹਿਰ ਹੈ ਕਿ ਉਹ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦੀ। ਖੱਤ ਸੁਣ ਆਪਣੀ ਰੁੱਖੀ ਆਵਾਜ਼ 'ਚ ਰੋਂਦੀ। ਉਹ ਕਾਲਪਨਿਕ ਬੋਲਸ ਬਾਰੇ ਸੋਚ ਕੇ ਅਕਸਰ ਹੀ ਰੋ ਪੈਂਦੀ। ਮੇਰੀ ਇਸ ਮਦਦ ਦੇ ਬਦਲੇ ਟੈਰਸਾ ਮੇਰੀਆਂ ਜ਼ੁਰਾਬਾਂ, ਕਮੀਜ਼ਾਂ ਤੇ ਹੋਰ ਕੱਪੜਿਆਂ ਦੀ ਟਾਂਕਾ ਟਾਂਕੀ ਕਰ ਦਿੰਦੀ। ਇਸ ਖੰਡ ਦੇ ਸ਼ੁਰੂ ਹੋਣ ਤੋਂ 3 ਮਹੀਨਿਆਂ ਬਾਅਦ ਹੀ ਉਹਨੂੰ ਕਿਸੇ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਮਰ ਗਈ ਹੋਵੇਗੀ। ਮੇਰੀ ਪਛਾਣ ਵਾਲੇ ਨੇ ਸਿਰਗਟ ਨਾਲੋਂ ਰਾਖ ਝਾੜੀ ਤੇ ਦੁੱਖ ਭਰੀਆਂ ਨਿਗਾਹਾਂ ਨਾਲ ਆਕਾਸ਼ ਵੱਲ ਦੇਖਦਿਆਂ ਸਿੱਟਾ ਕੱਢਿਆ। ਇਨਸਾਨ ਜੀਵਨ 'ਚ ਜਿੰਨੇ ਕੌੜੇ ਅਨੁਭਵ ਕਰਦਾ ਏ, ਚੰਗੀਆਂ ਚੀਜ਼ਾਂ ਨੂੰ ਪਾਉਣ ਦੀ ਉਹਦੀ ਲਾਲਸਾ ਓਨੀ ਹੀ ਵੱਧਦੀ ਜਾਂਦੀ ਏ। ਅਸੀਂ ਸਦਾਚਾਰ ਦੇ ਪਾਟੇ ਪੁਰਾਣੇ ਕੱਪੜਿਆਂ 'ਚ ਲਿਪਟੇ ਹੋਏ ਤੇ ਦੂਜਿਆਂ ਦੇ ਸੰਦਰਭ 'ਚ ਆਤਮ ਨਿਰਭਰਤਾ ਤੇ ਸਮੁੱਚੀ ਦੁਨੀਆ 'ਤੇ ਫੈਲੇ ਹੋਏ ਪਾਪ ਨਾ ਕਰਨ ਦੀ ਧਾਰਨਾ ਦੀ ਧੁੰਦ ਹੇਠਾਂ ਸੱਚਾਈ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਹ ਪ੍ਰਕਾਰਜ ਬਹੁਤ ਹੀ ਮੂਰਖਤਾ ਭਰਪੂਰ ਏ ਤੇ ਨਿਰਦਈ ਤਰੀਕੇ ਨਾਲ ਸਾਹਮਣੇ ਆਉਂਦਾ ਏ। ਜਿਨ੍ਹਾਂ ਨੂੰ ਅਸੀਂ ਡਿੱਗੇ ਹੋਏ ਜਾਂ ਹੇਠਲੇ ਵਰਗ ਦੇ ਆਖਦੇ ਹਾਂ, ਆਖਿਰ ਉਹ ਕੌਣ ਨੇ? ਮੈਂ ਜਾਣਨਾ ਚਾਹੁੰਦਾ। ਸਦੀਆਂ ਤੋਂ ਸਾਨੂੰ ਦੱਸਿਆ ਜਾ ਰਿਹਾ ਏ ਕਿ ਅਸੀਂ ਸਾਰੇ ਹੱਡ ਮਾਸ ਦੇ ਬਣੇ ਹਾਂ। ਅਸੀਂ ਇਸ ਨੂੰ ਸੁਣਦੇ ਵੀ ਹਾਂ। ਸਿਰਫ ਸ਼ੈਤਾਨ ਹੀ ਜਾਣਦਾ ਏ ਕਿ ਇਹ ਸਭ ਕਿੰਨਾ ਰਹੱਸਵਾਦੀ ਏ। ਜਾਂ ਫਿਰ ਮਾਨਵਤਾ ਦੇ ਤਿੱਖੇ ਪ੍ਰਵਚਨਾਂ ਨੇ ਸਾਨੂੰ ਹਕੀਕਤ ਤੋਂ ਪੂਰੀ ਤਰ੍ਹਾਂ ਸੁਰਖਰੂ ਕਰ ਦਿੱਤਾ ਏ। ਅਸਲ 'ਚ ਅਸੀਂ ਵੀ ਡਿੱਗੇ ਹੋਏ ਲੋਕ ਹਾਂ। ਜਿੱਥੋਂ ਤੱਕ ਮੈਂ ਸੋਚ ਸਕਦਾ, ਆਪਣੀ ਸਰਵ ਉੱਚਤਾ ਤੇ ਅੰਤਰਮੁਗਤਾ ਦੇ ਮੋਹ ਜਾਲ 'ਚ ਅਸੀਂ ਬੁਰੀ ਤਰ੍ਹਾਂ ਫਸੇ ਹੋਏ ਹਾਂ। ਹੁਣ ਬਹੁਤ ਹੋ ਗਿਆ। ਇਹ ਗੱਲਾਂ ਓਨੀਆਂ ਹੀ ਪੁਰਾਣੀਆਂ ਨੇ ਜਿੰਨਾ ਇਹ ਸੰਸਾਰ। ਇਸ ਬਾਰੇ ਗੱਲ ਕਰਨ 'ਚ ਸ਼ਰਮ ਮਹਿਸੂਸ ਹੁੰਦੀ ਏ। ਪਿਆਰ ਜਦ ਵੀ ਤੁਹਾਨੂੰ ਬੁਲਾਵੇ, ਉਹਦੇ ਪਿੱਛੇ ਤੁਰ ਪਵੋ, ਭਾਵੇਂ ਉਹਦੇ ਰਸਤੇ ਕਠਿਨ ਤੇ ਉੱਗੜ ਦੁੱਗੜ ਨੇ। ਜੇ ਪਿਆਰ ਤੁਹਾਨੂੰ ਤਖਤ ਤੇ ਬਿਠਾਉਂਦਾ ਏ ਤਾਂ ਇਹ ਸੂਲੀ ਤੇ ਵੀ ਚੜ੍ਹਾ ਸਕਦਾ ਏ। ਜੇ ਇਹ ਤੁਹਾਡੇ ਵਿਸਥਾਰ ਲਈ ਹੈ ਤਾਂ ਇਹ ਤੁਹਾਨੂੰ ਤਰਾਸ਼ਣ ਲਈ ਵੀ ਹੈ।